ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨਾਂ ਬਾਰੇ। ਕੇਂਦਰ ਸਰਕਾਰ ਦੇ ਦੋਹਰੇ ਸਟੈਂਡ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਤੇ ਲਿਆਂਦੇ ਤਿੰਨੋਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਕਿਸਾਨ ਧਿਰਾਂ ਵੱਲੋਂ ਪਹਿਲੇ ਦਿਨ ਤੋਂ ਸੰਘਰਸ਼ ਕੀਤਾ ਜਾ ਰਿਹਾ। ਹੁਣ ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਘਿਰਾਓ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ, ਉਸ ਲਈ ਕਿਸਾਨ ਧਿਰਾਂ ਪਿੰਡ ਸ਼ਹਿਰ ਜਾ ਕੇ ਜਿਹੜਾ ਇਸ ਸੰਘਰਸ਼ ਲਈ, ਇਸ ਘਿਰਾਓ ਲਈ ਤਿਆਰੀਆਂ ਕਰ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਕਿਸਾਨ ਧਿਰਾਂ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਨੇ, ਕੀ ਕੁਝ ਉਹਨਾਂ ਨੇ ਉੱਥੇ ਜਾਣ ਲਈ ਜਿਹੜਾ ਹੈਗਾ ਪਲੈਨਿੰਗ ਕੀਤੀ ਹੈ। ਅਸਲ ਦੇ ਵਿੱਚ ਤਾਂ ਉਹਨਾਂ ਦਾ ਘਿਰਾਓ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ। ਉਹ ਰਾਮਲੀਲਾ ਗਰਾਊਂਡ ਦੇ ਵਿੱਚ ਜਾ ਕੇ ਆਪਣੀ ਇੱਕ ਗੱਲ ਕਹਿਣਾ ਚਾਹੁੰਦੇ ਸੀ, ਰੈਲੀ ਕਰਨਾ ਚਾਹੁੰਦੇ ਸੀ। ਔਰ ਰਾਮਲੀਲਾ ਗਰਾਊਂਡ ਦੇ ਲਈ 2 ਵਾਰ ਅਪਲਾਈ ਕੀਤਾ। ਪਹਿਲੀ ਵਾਰ ਦਿੱਲੀ ਪੁਲਿਸ ਨੇ ਇਸ ਕਰਕੇ ਕਰਤਾ, ਕਰੋਨਾ ਦਾ ਮਾਮਲਾ। ਬਾਅਦ ਦੇ ਵਿੱਚ ਫਿਰ ਇੱਕ ਦੂਜੀ ਅਰਜੀ ਜਿਹੜੀ ਸੀ ਉਹ ਇੱਕ ਲਾ ਐਂਡ ਆਰਡਰ ਉਹਦੇ ਨਾਲ ਜੋੜਤਾ ਤੇ ਟਰਾਂਸਪੋਰਟ ਦਾ ਪ੍ਰੋਬਲਮ, ਜਿਹੜੀ ਭੀੜ ਭੜੱਕਾ ਜਾਮ, ਉਹਦੇ ਨਾਲ ਜੋੜਤਾ। ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਰੱਦ ਕਰਤਾ। ਤਾਂ ਕਿਸਾਨਾਂ ਦਾ ਇਹ ਕਹਿਣਾ ਕਿ ਅਸੀਂ, ਕਿਉਂਕਿ ਇੰਨਾ ਚਿਰ ਤੋਂ, ਖਾਸ ਤੌਰ 'ਤੇ ਪੰਜਾਬ 'ਚ ਤਾਂ ਲਗਭਗ 2 ਮਹੀਨੇ ਤੋਂ ਬਹੁਤ ਸਰਗਰਮ ਅੰਦੋਲਨ ਹੈ। ਉਦੋਂ ਬਾਅਦ 5 ਨਵੰਬਰ ਨੂੰ ਇੱਕ ਆਲ ਇੰਡੀਆ ਲੈਵਲ ਦਾ ਇੱਕ ਐਕਸ਼ਨ ਸੀ, 4 ਘੰਟੇ ਜਾਮ ਦਾ ਜਿਹੜਾ ਸੱਦਾ ਸੀ। ਅਤੇ ਉਹਨਾਂ ਨੇ ਕਿਹਾ ਕਿ ਸਾਡਾ ਅੰਦੋਲਨ ਪੂਰਾ ਸ਼ਾਂਤਮਈ ਅੰਦੋਲਨ ਹੈ। ਤੋਂ ਪਹਿਲਾਂ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਹੁਣ ਵੀ ਅਸੀਂ ਕਿਸੇ ਟਕਰਾਅ ਦੀ ਗੱਲ ਨਹੀਂ ਕਰਦੇ। ਜਿੱਥੇ ਕਿਤੇ ਰੋਕਣਗੇ, 5 ਪਾਸਿਆਂ ਦੇ ਵਿੱਚੋਂ ਇਹਨਾਂ ਨੇ ਡਿਸਾਈਡ ਕੀਤਾ, ਫੈਸਲਾ ਕੀਤਾ ਕਿ ਜਿਹੜੇ ਹਾਈਵੇ ਆ ਰਹੇ ਨੇ ਉਹਨਾਂ 'ਤੇ ਆਉਣਗੇ। ਜਿੱਥੇ ਕਿਤੇ ਸਰਕਾਰਾਂ ਰੋਕ ਲੈਣਗੀਆਂ ਉੱਥੇ ਬੈਠ ਜਾਣਗੇ। ਉੱਥੇ ਅਣਮਿੱਥੇ ਸਮੇਂ ਦਾ ਸਾਡਾ ਜਿਹੜਾ ਉਹ ਧਰਨਾ ਸਟਾਰਟ ਹੋ ਜਾਏਗਾ। ਔਰ ਉਹਦੇ ਵਾਸਤੇ ਉਹਨਾਂ ਨੇ ਜਿਹੜੀ ਆਪਣੀ ਮੀਟਿੰਗ ਕੀਤੀ ਸੀ, ਮੀਟਿੰਗ ਸਾਰਿਆਂ ਨੂੰ ਇਹ ਕਿਹਾ ਸੀ, ਸਾਰੀਆਂ ਧਿਰਾਂ ਨੂੰ, ਕਿ ਘੱਟੋ ਘੱਟ 4-4 ਮਹੀਨੇ ਦਾ ਰਾਸ਼ਨ ਲੈ ਕੇ, ਅਤੇ ਨਾਲ ਜੇ ਤੁਸੀਂ ਦੇਖਿਆ ਹੋਣਾ ਕਿ ਉਹ ਇੱਕ ਪੂਰਾ ਐਡਵਾਈਜ਼ਰੀ ਵੀ ਪਾਈ ਹੈ। ਐਡਵਾਈਜ਼ਰੀ ਦੇ ਵਿੱਚ ਇਹ ਹੈ ਕਿ ਵਾਟਰਪ੍ਰੂਫ ਉੱਪਰ ਟਰਾਲੀਆਂ ਦੇ ਉੱਤੇ ਛੱਤਾਂ ਵੀ ਪਾਉਣੀਆਂ ਚਾਹੀਦੀਆਂ ਨੇ ਤਾਂ ਕਿ ਰਾਸ਼ਨ ਉਹਦੇ 'ਚ ਰਹੇ। ਕਿਵੇਂ ਕੰਬਲ, ਤਲਾਈਆਂ, ਸਾਰਾ ਕੁਛ ਕੀ ਲਿਆਉਣਾ ਚਾਹੀਦਾ, ਗੈਸ, ਸਬਜ਼ੀਆਂ, ਜੋ ਚੀਜ਼ਾਂ ਵੀ ਹੈ। ਮਤਲਬ ਇਹਦੇ ਤੋਂ ਲੱਗਦਾ ਕਿ ਇੱਕ ਮਨ ਬਣਿਆ ਕਿਸਾਨੀ ਦਾ ਕਿ ਇਸ ਅੰਦੋਲਨ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਵਾਸਤੇ ਜਿੰਨੀ ਵੀ ਸੰਘਰਸ਼ ਲੜਨਾ ਪਿਆ ਤੇ ਉਹ ਅਸੀਂ ਉਸ ਪੱਧਰ ਦੇ ਉੱਤੇ ਲੜਾਂਗੇ। ਉਹ ਤਿਆਰੀਆਂ ਉਹਨਾਂ ਸਭ ਦਾ ਇਹ ਹੈ ਕਿ ਮੁਕੰਮਲ ਨੇ ਅਤੇ ਉਸ ਪਾਸੇ ਵੱਲ ਅਸੀਂ ਜਾਵਾਂਗੇ। ਪਹਿਲਾਂ ਵਿੱਚ ਦੀ ਕਨਫਿਊਜ਼ਨ ਫੈਲਣ ਦੀ ਕੋਸ਼ਿਸ਼ ਕੀਤੀ, ਇੱਕ ਹੋ ਗਿਆ ਸੀ ਵਿੱਚੋਂ, ਕਿਉਂਕਿ ਇੱਕ ਜਿਹੜੇ ਉਹ 7 ਮੈਂਬਰੀ ਇੱਕ ਕਮੇਟੀ ਬਣਾਈ ਹੈ ਇਹਨਾਂ ਨੇ ਦੇਖ ਰੇਖ ਕਰਨ ਦੇ ਲਈ। ਉਹਦੇ 'ਚੋਂ BM ਸਿੰਘ ਨੇ ਨਾਮ ਦਾ ਇੱਕ ਜਿਹੜਾ ਆਗੂ ਹੈ, ਉਹਨੇ ਫੇਸਬੁੱਕ ਲਾਈਵ ਹੋ ਕੇ ਕਹਿਤਾ ਸੀ ਕਿ ਕਿਸਾਨ ਅੰਦੋਲਨ ਇੱਥੇ ਕਰੋਨਾ 'ਤੇ ਨਾ ਆਵੇ। ਪਰ ਬਾਕੀ ਦੇ ਜਿਹੜੇ 5 ਬੰਦੇ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਕਿ ਨਹੀਂ, ਸਾਡਾ ਅੰਦੋਲਨ ਕਾਇਮ ਹੈ, ਅਸੀਂ ਉਸੇ ਤਰੀਕੇ ਦੇ ਨਾਲ ਜਾਵਾਂਗੇ। ਅੱਜ ਵੀ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਅਤੇ ਇਹ ਤੋਂ ਪਹਿਲਾਂ ਵੀ ਹੋਰਾਂ ਧਿਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਜੀ ਹਮੀਰ ਸਿੰਘ ਜੀ, ਕਿਸਾਨ ਧਿਰਾਂ ਵਾਰ-ਵਾਰ ਇਹ ਗੱਲ ਕਹਿ ਰਹੀਆਂ ਨੇ ਵੀ ਕਿ ਅਸੀਂ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਕਰਾਂਗੇ, ਪਰ ਕੇਂਦਰ ਸਰਕਾਰ ਪਹਿਲੇ ਦਿਨ ਤੋਂ ਜਿਵੇਂ ਅੜੀਅਲ ਰਵੱਈਏ ਨਾਲ ਕਿਸਾਨਾਂ ਦੇ ਇਸ ਸੰਘਰਸ਼ ਨੂੰ ਵਿਰੋਧ 'ਚ ਦੇਖਦੀ ਆਈ ਹੈ, ਵਿਰੋਧ ਕਰਦੀ ਆਈ ਹੈ। ਕੋਈ ਜਿਹੜਾ ਕਿਸਾਨਾਂ ਦੇ ਹਿੱਤ ਵਿੱਚ ਕੋਈ ਫੈਸਲਾ ਨਹੀਂ ਲਿੱਤਾ। ਉਸੇ ਤਰ੍ਹਾਂ ਜਿਹੜਾ ਕੇਂਦਰ ਸਰਕਾਰ ਇੱਕ ਪਾਸੇ ਤਾਂ 3 ਦਸੰਬਰ ਨੂੰ ਕਿਸਾਨਾਂ ਨਾਲ ਮੁੜ ਗੱਲਬਾਤ ਲਈ ਸੱਦਾ ਭੇਜ ਰਹੀ ਹੈ, ਗੱਲਬਾਤ ਲਈ ਬੁਲਾ ਰਹੀ ਹੈ। ਦੂਜੇ ਪਾਸੇ ਇਸ ਸ਼ਾਂਤਮਈ ਅੰਦੋਲਨ ਨੂੰ ਜਿਹੜਾ ਰੋਕਣ ਲਈ ਕੇਂਦਰ ਸਰਕਾਰ ਤਰ੍ਹਾਂ ਦੇ, ਕਦੇ ਕਰੋਨਾ ਨੂੰ ਲੈ ਕੇ, ਕਦੇ ਲਾ ਐਂਡ ਆਰਡਰ ਦਾ ਬਹਾਨਾ ਲਾ ਰਹੀ ਹੈ। ਤੁਸੀਂ ਇਸ ਨੂੰ ਕਿਵੇਂ ਦੇਖੋ? ਕੇਂਦਰ ਦਾ ਅਸਲ ਦੇ ਵਿੱਚ ਜਿਹੜੀ ਪਹਿਲੀ ਗੱਲਬਾਤ 13 ਨਵੰਬਰ ਦੀ ਹੋਈ ਹੈ, ਟੁੱਟੀ ਹੈ, ਉਹਦੇ ਵਿੱਚ ਵੀ ਕੋਈ ਬਹੁਤ ਬੜਾ ਮਾਮਲਾ ਨਹੀਂ। ਦੋਨਾਂ ਨੇ ਗੱਲ ਆਪਣੀ ਗੱਲ ਕੀਤੀ, ਕਿਸਾਨ ਆਗੂਆਂ ਨੇ ਕੀਤੀ ਅਤੇ ਉਹਨਾਂ ਨੇ ਕੀਤੀ। ਅਤੇ ਗੱਲਬਾਤ ਟੁੱਟੀ ਕਿਹੜੇ ਆਸਰੇ ਟੁੱਟੀ ਹੈ ਕਿ ਜੇ ਪੈਸੰਜਰ ਯਾਤਰੂ ਟ੍ਰੇਨ ਨੂੰ ਤੁਸੀਂ ਲਾਂਘਾ ਨਹੀਂ ਦਿੰਦੇ ਤਾਂ ਮਾਲ ਗੱਡੀ ਵੀ ਨਹੀਂ ਆਊਗੀ। ਇਹ ਇੱਕ ਤਰ੍ਹਾਂ ਦਾ ਉਦੋਂ ਬਾਅਦ ਪੰਜਾਬ ਦੀ ਆਰਥਿਕ ਨਾਕਾਬੰਦੀ ਕੀਤੀ ਗਈ ਅਤੇ ਨਾਕਾਬੰਦੀ ਦੇ ਨਾਲ ਪੰਜਾਬ ਦੀ ਸਰਕਾਰ ਦਾ ਵੀ ਔਰ ਕਿਸਾਨਾਂ ਦਾ ਵੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਉਸ ਤਰੀਕੇ ਨਾਲ ਤਾਂ ਉਹ ਕਰਾਂਗੇ। ਹੁਣ ਵੀ ਉਹਨੂੰ ਲੱਗ ਰਿਹਾ ਕੇਂਦਰ ਨੂੰ ਕਿ ਮੈਂ ਆਪਣੀ ਗੱਲ ਮਨਵਾ ਲਈ ਹੈ। ਅਤੇ ਕਿਸਾਨ ਜਥੇਬੰਦੀਆਂ ਦੇ ਜਿਹੜੇ 30-31 ਜਥੇਬੰਦੀਆਂ ਦੇ ਇੱਕ ਗਰੁੱਪ ਨੇ ਚੀਫ ਮਿਨਿਸਟਰ ਨਾਲ ਮੀਟਿੰਗ ਕਰਕੇ ਅਤੇ ਪੈਸੰਜਰ ਟ੍ਰੇਨ ਲਿਆਉਣ ਦਾ ਵੀ ਜਿਹੜੀ ਗੱਲ ਕਰ ਲਈ। ਔਰ ਮੈਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਪਹਿਲਾਂ ਹੀ ਆਪਣੇ ਪੱਧਰ 'ਤੇ ਹੀ ਸੋਚ ਕੇ, ਮੇਰਾ ਖਿਆਲ ਹੈ ਕਿ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਦੂਜੇ ਭਾਈਚਾਰਿਆਂ ਨਾਲ ਵੀ ਉਹਨਾਂ ਨੂੰ ਰਾਬਤੇ 'ਚ ਰਹਿਣਾ ਚਾਹੀਦਾ। ਜੇਕਰ ਵਪਾਰੀਆਂ ਨੂੰ, ਜੇਕਰ ਇੰਡਸਟਰੀਲਿਸਟ ਨੂੰ, ਜੇਕਰ ਬਾਕੀ ਨੂੰ ਇਹ ਲੱਗਦਾ ਕਿ ਫਲਾਨੇ ਐਕਸ਼ਨ ਨਾਲ ਸਾਡੇ 'ਚ ਕੋਈ ਦਿੱਕਤ ਆਉਂਦੀ ਹੈ, ਇੱਕ ਤਾਂ ਇਹ ਠੀਕ ਹੈ ਕਿ ਜਦੋਂ ਅੰਦੋਲਨ ਚੱਲ ਰਿਹਾ ਹੁੰਦਾ, ਜਿਹੜਾ ਜਥੇਬੰਦੀਆਂ ਦਾ ਲੌਜਿਕ ਹੈ, ਅਤੇ ਅੰਦੋਲਨ ਦੇ ਦੌਰਾਨ ਕੁਝ ਸੰਕਟ ਅਤੇ ਕੁਝ ਘਾਟੇ ਤਾਂ ਝੱਲਣੇ ਹੀ ਪੈਂਦੇ ਨੇ। ਜੇ ਕੋਈ ਇਹ ਕਹੇ ਕਿ ਅੰਦੋਲਨ ਵੀ ਚੱਲ ਰਿਹਾ ਅਤੇ ਬਿਲਕੁਲ ਵੀ ਕਿਸੇ ਦੇ ਮਤਲਬ
ਝਰੀਟ ਵੀ ਨਾ ਆਵੇ, ਕੁਝ ਵੀ ਉਹਨੂੰ ਨੁਕਸਾਨ ਨਾ ਹੋਵੇ। ਨੁਕਸਾਨ ਪੰਜਾਬ ਨੂੰ ਆਪਣੇ ਪਾਸੇ ਵੀ ਕਈ ਵਾਰ ਝੱਲਣਾ ਪੈਂਦਾ ਤੇ ਬਾਕੀ ਵੀ, ਪਰ ਇਹਦੇ 'ਚ ਕੇਂਦਰ ਸਰਕਾਰ ਦਾ ਜਿਹੜਾ ਇੱਕ ਰਵੱਈਆ ਸੀ, ਉਹ ਰਵੱਈਆ ਜ਼ਿਆਦਾ ਜ਼ਿੰਮੇਵਾਰ ਹੈ ਉਸ ਸਾਰੇ ਮਾਮਲੇ ਦੇ ਨਾਲੋਂ। ਕਿਸਾਨ ਧਿਰਾਂ ਨੇ ਮੈਨੂੰ ਲੱਗਦਾ ਫਿਰ ਵੀ ਸਿਆਣਪ ਵਾਲਾ ਕੰਮ ਕੀਤਾ ਵੀ ਠੀਕ ਹੈ, ਕੋਈ ਗੱਲ ਨਹੀਂ, ਤੁਹਾਨੂੰ ਇਹ ਮੌਕਾ ਕਿਉਂ ਦੇਣਾ, ਕਿਉਂਕਿ ਕੇਂਦਰ ਮੌਕਾ ਭਾਲਦਾ ਕਿਸੇ ਵੀ ਤਰੀਕੇ ਦੇ ਨਾਲ। ਔਰ ਉਹ ਪੰਜਾਬੀ 'ਚ ਜਿਵੇਂ ਕਿਹਾ ਜਾਂਦਾ ਵੀ ਗੱਡੇ ਨਾਲ ਕੱਟਾ ਬੰਨਣ ਵਾਲਾ ਹਾਲ ਹੈ। ਉਹ ਕਹਿੰਦੇ ਵੀ ਤਾਂ ਤੋਰਾਂਗੇ, ਦੂਜੀ ਜਾ ਨਹੀਂ ਸਕਦੀ ਟੈਕਨੀਕਲੀ। ਆ ਨੇੜੇ ਹੀ ਖੜੀਆਂ ਸੀ ਜਦੋਂ ਸਾਰਾ ਹੋ ਗਿਆ ਤੇ ਆ ਗਿਆ। ਹੁਣ ਜਿਹੜੀ ਗੱਲਬਾਤ ਲਈ ਵੀ ਸੱਦਿਆ ਤੇ ਉਹਨਾਂ ਦਾ ਸੈਕਟਰੀ ਇਹ ਕਹਿ ਰਿਹਾ ਕਿ ਕਿਉਂਕਿ ਰੇਲਾਂ ਦਾ ਮਾਮਲਾ ਸੀ, ਰੇਲਾਂ ਹੁਣ ਚੱਲ ਪਈਆਂ ਸੀ, ਹੁਣ ਫਿਰ 3 ਤਰੀਕ ਨੂੰ ਦੁਬਾਰਾ ਬੁਲਾ ਰਹੇ ਹੋ। ਇਹਦਾ ਮਤਲਬ ਤੁਸੀਂ ਉਹਨਾਂ ਚਿਰ ਲਈ ਗੱਲਬਾਤ ਲਈ ਨਹੀਂ ਸੀ ਬੁਲਾਉਣਾ ਜਿੰਨਾ ਚਿਰ ਲਈ ਰੇਲਾਂ ਚੱਲਦੀਆਂ ਨੇ। ਇਹ ਉਹਦਾ ਜਿਹੜਾ ਰੁਖ ਹੈ ਕੇਂਦਰ ਦਾ, ਡੈਮੋਕ੍ਰੈਟਿਕ ਰੁਖ ਦੀ ਬਜਾਏ ਜਮਹੂਰੀ ਰੁਖ ਦੀ ਬਜਾਏ ਪੰਜਾਬ ਨਾਲ ਜਾਂ ਪੰਜਾਬ ਦੀਆਂ ਜਥੇਬੰਦੀਆਂ ਦੇ ਨਾਲ ਖਾਸ ਤੌਰ ਤੇ ਜੋ ਅੱਖੜ ਰਵੱਈਆ ਉਹਨੂੰ ਸ਼ੋਅ ਕਰਦਾ। ਔਰ ਇਹਦੇ ਨਾਲ ਦੀ ਨਾਲ ਫਿਰ ਦੁਬਾਰਾ ਜਿਹੜਾ ਕਿ ਉੱਥੇ ਜੇ ਉਹ ਸ਼ਾਂਤਮਈ ਗੱਲ ਕਰਨਾ ਚਾਹੁੰਦੇ ਨੇ ਬੈਠ ਕੇ, ਤਾਂ ਤੁਸੀਂ ਜਗ੍ਹਾ ਨਹੀਂ ਦੇ ਰਹੇ। ਵੈਸੇ ਤੁਸੀਂ ਕਹਿ ਰਹੇ ਹੋ ਕਿ ਦੇਸ਼ ਸਭ ਦਾ ਹੈ, ਅਸੀਂ ਕਿਸਾਨਾਂ ਨੂੰ ਆਜ਼ਾਦ ਕਰਤਾ ਹੈ, ਕਿਸਾਨ ਜਿੱਥੇ ਵੀ ਮਰਜ਼ੀ ਫਸਲ ਵੇਚਣ, ਤੁਸੀਂ ਤਾਂ ਉਹਨੂੰ ਹੀ ਨਹੀਂ ਜਾਣ ਦੇ ਰਹੇ। ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਿੰਸਾ, ਲਾ ਐਂਡ ਆਰਡਰ ਤਾਂ ਹੁਣ ਤੱਕ ਨਹੀਂ ਪੈਦਾ ਹੋਇਆ, ਉਸ ਲੈਵਲ ਦੀ ਪ੍ਰੋਬਲਮ ਤਾਂ ਕਿਤੇ ਇੱਥੇ ਵੀ ਨਹੀਂ ਆਈ। ਇਹ ਸਾਰੀਆਂ ਗੱਲਾਂ ਨੇ। ਤੇ ਇਸੇ ਦੇ ਵਿੱਚ ਉਹ ਇਹ ਵੀ ਨਜ਼ਰ ਆਉਂਦਾ ਕਿ ਜਿਹੜਾ ਹਰਿਆਣਾ ਸਰਕਾਰ ਵੀ ਬੀਜੇਪੀ ਦੀ ਸਰਕਾਰ ਹੈ ਤੇ ਦਿੱਲੀ ਦੇ ਵਿੱਚ ਵੀ ਹੈ। ਦਿੱਲੀ ਦੀ ਸਰਕਾਰ ਅੱਜ ਹੀ ਉਹਨਾਂ ਦੇ ਅੰਦੋਲਨ ਤੋਂ 2 ਦਿਨ ਪਹਿਲਾਂ 3 ਦਸੰਬਰ ਦਾ ਇੱਕ ਨੋਟਿਸ ਸੱਦਾ ਭੇਜ ਦਿੰਦੀ ਹੈ ਕਿ ਆਓ ਗੱਲਬਾਤ ਕਰੋ। ਔਰ ਜਾਂ ਉਹ ਗੱਲਬਾਤ ਲਈ ਪਹਿਲਾਂ ਬੁਲਾਉਂਦੇ, ਉਹ ਕਹਿੰਦੇ ਕੱਲ੍ਹ ਨੂੰ ਆਓ 25 ਤਰੀਕ ਨੂੰ ਗੱਲਬਾਤ ਲਈ, ਤਾਂ ਹੀ ਤਾਂ 26 27 ਦੇ ਕੁਝ ਹੋ ਸਕਦਾ ਨਾ। ਤੁਸੀਂ ਇਹ ਤਾਂ ਕਹਿ ਹੀ ਨਹੀਂ ਰਹੇ ਕਿ ਕੀ ਕਰੋ। ਤੇ ਉਦੋਂ ਬਾਅਦ ਖੱਟਰ ਸਰਕਾਰ ਹੈ। ਚੀਫ ਮਿਨਿਸਟਰ ਨੇ ਆਪ ਮੀਡੀਆ ਨੂੰ ਬਰੀਫ ਕਰਦੇ ਹੋਏ ਇਹ ਕਿਹਾ ਕਿ ਹਰਿਆਣੇ ਦੀਆਂ ਸਰਹੱਦਾਂ, ਜਿਹੜੀ ਸਰਹੱਦ ਹੈ ਉਹ ਸੀਲ ਕੀਤੀ ਜਾਏਗੀ। 25 ਤੇ 26 ਜਿਹੜਾ ਤਰੀਕ ਹੈ ਨਵੰਬਰ ਹੈ, ਉੱਥੇ ਪੰਜਾਬ ਨਾਲ ਲੱਗਦੀਆਂ ਹੱਦਾਂ ਸੀਲ ਹੋਣਗੀਆਂ ਤੇ 26 ਤੇ 27 ਨੂੰ ਜਿਹੜੀਆਂ ਹਰਿਆਣੇ ਦੀਆਂ ਦਿੱਲੀ ਨਾਲ ਲੱਗਦੀਆਂ ਹੱਦਾਂ ਨੇ ਉਹ ਸੀਲ ਹੋਣਗੀਆਂ। ਨਾਲ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਕਿ ਕੁਝ ਸਖਤੀ ਕਰਨ ਦਾ ਫੈਸਲਾ ਲਿਆ ਗਿਆ। ਸਖਤੀ ਦਾ ਫੈਸਲਾ ਮਤਲਬ ਇਹ ਹੈ ਕਿ ਜਮਹੂਰੀ ਤਰੀਕੇ ਨਾਲ, ਡੈਮੋਕ੍ਰੈਟਿਕ ਤਰੀਕੇ ਨਾਲ ਚੱਲ ਰਹੇ ਅੰਦੋਲਨ ਤੇ ਤੁਸੀਂ ਸਖਤੀ ਦਾ ਇੱਕ ਫੈਸਲਾ ਕੀਤਾ। ਔਰ ਉਹ ਸਖਤੀ ਦਾ ਇੱਕ ਤਰੀਕਾ ਇਹ ਵੀ ਹੈ ਕਿ ਹਰਿਆਣੇ ਦੇ ਵਿੱਚੋਂ ਕੱਲ ਰਾਤ ਤੋਂ ਹੀ ਕਿਸਾਨ ਲੀਡਰਸ਼ਿਪ ਦੀ ਫੜੋਫੜਾਈ ਸ਼ੁਰੂ ਹੋ ਗਈ ਹੈ। ਔਰ ਇਹ ਇੱਕ ਖਤਰਨਾਕ ਰੁਝਾਨ ਹੁੰਦਾ ਹੈ ਕਿ ਜਦੋਂ ਤੁਸੀਂ ਫੜੋਫੜਾਈ ਸ਼ੁਰੂ ਕਰਦੇ ਹੋ ਤੇ ਜਮਹੂਰੀ ਤਰੀਕੇ ਨਾਲ ਵੀ ਆਵਾਜ਼ ਨਹੀਂ ਉਠਾਉਣ ਦਿੰਦੇ, ਤਾਂ ਕਿਤੇ ਨਾ ਕਿਤੇ ਧੱਕ ਕੇ ਬੰਦਿਆਂ ਨੂੰ ਤੁਸੀਂ ਦੂਜੇ ਪਾਸੇ ਤਾਂ ਨਹੀਂ ਲਿਜਾ ਰਹੇ ਕਿ ਉਹ ਮਤਲਬ ਉਹ 'ਚ ਹਿੰਸਾ ਫੈਲ ਜੇ, ਉਹ ਇੰਨੇ ਤੰਗ ਹੋ ਜਾਣ ਕਿ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਤੋੜ-ਫੋੜ ਕਰਦੇ ਹੋ। ਇਹ ਸਰਕਾਰਾਂ ਨੂੰ ਇਹ ਗੱਲਾਂ ਨਹੀਂ ਸੋਭਦੀਆਂ। ਸਰਕਾਰਾਂ ਨੂੰ ਲੱਗਦਾ ਕਿ ਠੀਕ ਹੈ, ਬੈਠੋ ਆਪਣੀ ਗੱਲ ਕਰੋ, ਪਰ ਲਾ ਐਂਡ ਆਰਡਰ ਦੀ ਸਿਚੁਏਸ਼ਨ ਨਾ ਕੋਈ ਕ੍ਰੀਏਟ ਹੋਵੇ। ਔਰ ਹੁਣ ਜੇ ਸਰਕਾਰ ਨੇ ਸੀਲ ਬੰਦ ਕਰ ਮਤਲਬ ਕਰਤਾ, ਹੱਦ ਸੀਲ ਕਰਤੀ। ਜਥੇਬੰਦੀਆਂ ਨੇ ਪਹਿਲੇ ਕਿਹਾ ਵੀ ਜਿਹੜੀਆਂ ਸੜਕਾਂ ਤੇ ਜਾ ਰਹੇ ਹਾਂ, ਜਿੱਥੇ ਸੀਲ ਉਹ ਉੱਥੇ ਹੀ ਬਹਿ ਜਾਾਂਗੇ। ਇਹਦੇ ਨਾਲ ਕੀ ਹੋਊਗਾ? ਹਾਈਵੇ ਜਾਮ ਹੋ ਜਾਣਗੇ। ਹਾਈਵੇ ਜਾਮ ਕੌਣ ਕਰ ਰਿਹਾ? ਸਰਕਾਰ ਦਾ ਫੈਸਲਾ ਕਰ ਰਿਹਾ। ਜੇ ਤੁਸੀਂ ਹਾਈਵੇ ਦੀ ਬਜਾਏ ਉਹਨਾਂ ਨੂੰ ਉੱਥੇ ਦੇ ਦਿਓ ਕਿ ਜਿੱਥੇ ਵੀ ਗਰਾਊਂਡ ਹੈ ਤੇ ਗਰਾਊਂਡ 'ਚ ਜਾ ਕੇ ਕਰੋ, ਤਾਂ ਇਹ ਉਦੋਂ ਜ਼ਿਆਦਾ ਬਿਹਤਰ ਗੱਲ ਸੀ। ਔਰ ਇਸੇ ਗੱਲ ਦੇ ਨਾਲ ਦੀ ਨਾਲ ਇੱਕ ਹੋਰ ਗੱਲ ਜਿਹੜੀ ਇਹ ਕਰ ਰਹੇ ਨੇ, ਔਰ ਜੇ ਇਤਿਹਾਸ ਦੇਖਿਆ ਜਾਏ, ਇਤਿਹਾਸ 'ਚ ਬਹੁਤ ਖਤਰਨਾਕ ਮੋੜ ਆਇਆ। ਔਰ 1982 ਦੀਆਂ ਏਸ਼ੀਅਨ ਖੇਡਾਂ ਦੇ ਦੌਰਾਨ ਜਦੋਂ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਇੱਥੇ, ਸ਼ਾਂਤਮਈ ਮੋਰਚਾ ਨਹਿਰ ਦੇ ਮਾਮਲੇ 'ਚ ਚੱਲ ਰਿਹਾ ਸੀ, ਤੇ ਉਦੋਂ ਬਾਅਦ ਧਰਮ ਯੁੱਧ ਮੋਰਚਾ ਚੱਲਿਆ। ਉਹਨਾਂ ਨੇ ਇੱਕ ਸੱਦਾ ਦਿੱਤਾ ਸੀ ਅਕਾਲੀ ਦਲ ਨੇ ਕਿ ਅਸੀਂ ਦਿੱਲੀ ਦੇ ਵਿੱਚ ਜਾ ਕੇ ਜਿਹੜੇ ਕੌਮਾਂਤਰੀ ਆਗੂ ਆਉਣਗੇ ਉਹਨਾਂ ਦੇ ਸਾਹਮਣੇ ਇੱਕ ਰੋਸ ਪ੍ਰਗਟ ਕਰਕੇ ਦਿਖਾਉਣਾ ਹੈ ਕਿ ਕੇਂਦਰ ਦੀ ਸਰਕਾਰ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੀ ਹੈ, ਅਸੀਂ ਆਪਣੀ ਗੱਲ ਕਹਿਣੀ ਹੈ। ਤਾਂ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਜਾਣ ਨਹੀਂ ਦੇਣੇ। ਤੇ ਹਰਿਆਣੇ ਦੇ ਵਿੱਚ ਜਾਂਦੇ ਜਿਹੜੀਆਂ ਖਾਸ ਤੌਰ ਤੇ ਸਿੱਖ ਔਰਤਾਂ ਤੇ ਬੰਦਿਆਂ ਦੀਆਂ ਪੱਗਾਂ ਤੇ ਜੁੰਨੀਆਂ ਤੇ ਉਹਨਾਂ ਦੇ ਤਲਾਸੀਆਂ ਲਈਆਂ ਗਈਆਂ, ਲੰਘਣ ਨਹੀਂ ਦਿੱਤਾ, ਮੋੜਤਾ। ਉਹਨੇ ਇੱਕ ਐਡਾ ਵੱਡਾ ਗੁੱਸਾ ਭਰਤਾ ਪੰਜਾਬੀਆਂ ਦੇ ਵਿੱਚ, ਖਾਸ ਤੌਰ ਤੇ ਸਿੱਖਾਂ 'ਚ, ਜਿਹੜੇ ਉਸ ਖਾੜਕੂ ਮੂਵਮੈਂਟ ਦੇ ਨਾਲ ਵੀ ਨਹੀਂ ਸੀ। ਉਹਨਾਂ ਤੋਂ ਵੀ ਇੱਕ ਫੌਜੀਆਂ ਦਾ, ਸਾਬਕਾ ਫੌਜੀਆਂ ਦਾ, ਅਫਸਰਾਂ ਦਾ ਇੱਕ ਵੱਡਾ ਇਕੱਠ ਦਰਬਾਰ ਸਾਹਿਬ ਦੇ ਵਿੱਚ ਹੋਇਆ, ਜਿਹੜੇ ਇਕੱਠ ਦੇ ਵਿੱਚ ਉਹਨਾਂ ਨੇ ਫਿਰ ਇਹ ਫੈਸਲਾ ਕੀਤਾ ਵੀ ਜਿਹੜੇ ਦੇਸ਼ ਲਈ ਅਸੀਂ ਲੜੇ ਹਾਂ, ਜਿਹਦੇ ਲਈ ਇੰਨੀਆਂ ਜੰਗਾਂ ਲੜੀਆਂ, ਅਸੀਂ ਇੰਨੀ ਕੁਰਬਾਨੀ ਕੀਤੀ, ਤੇ ਜੇ ਸਾਨੂੰ ਆਪਣੀ ਰਾਜਧਾਨੀ ਜਾਣ ਲਈ ਵੀ ਪੱਗਾਂ ਲਾਉਣੀਆਂ ਪੈਂਦੀਆਂ ਨੇ ਤਾਂ ਸਾਡਾ ਸੰਬੰਧ ਕੀ ਹੈ ਕਿਸੇ ਦੇ। ਇਸ ਲਈ ਇਤਿਹਾਸ ਬਾਰ-ਬਾਰ ਦੁਹਰਾਉਣ ਦੀ ਬਜਾਏ ਜਿਹੜਾ ਨੈਗੇਟਿਵ ਇਤਿਹਾਸ ਪਹਿਲਾਂ ਦੁਹਰਾਇਆ ਗਿਆ ਹੈ, ਇਹ ਸਰਕਾਰਾਂ ਨੂੰ ਚੌਕਸੀ ਵਰਤਣੀ ਚਾਹੀਦੀ ਹੈ। ਸਰਕਾਰਾਂ ਨੂੰ ਉਸ ਪਾਸੇ ਵੱਲ ਰਹਿਣਾ ਚਾਹੀਦਾ ਕਿ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਕਰੋ ਜਿਹਦੇ ਨਾਲ ਹਾਲਾਤ ਹੋਰ ਪਾਸੇ ਜਾਣ। ਪਰ ਇਹ ਸਿਆਣਪ ਹੋਏਗੀ ਕਿਸਾਨ ਜਥੇਬੰਦੀਆਂ ਦੀ ਤੇ ਪੰਜਾਬ ਦੇ ਟੋਟਲ ਉਹ ਸਾਰੇ ਦੀ, ਕਿ ਫਿਰ ਵੀ ਜੇ ਸ਼ਾਂਤਮਈ ਭੜਕਾਹਟ 'ਚ ਨਾ ਆ ਕੇ ਅਮਨ ਪਸੰਦ ਤਰੀਕੇ ਦੇ ਨਾਲ ਸੰਘਰਸ਼ ਕੀਤਾ ਜਾਂਦਾ, ਇਹ ਜ਼ਿਆਦਾ ਝੁਕਾਉਣ ਦੇ ਸਮਰੱਥਾ ਰੱਖੇਗਾ। ਜੀ ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਵੀ ਕਿ ਅਸੀਂ 25 ਤੇ 26 ਨੂੰ
ਪੰਜਾਬ ਤੇ ਹਰਿਆਣਾ ਦੀ ਸਰਹੱਦਾਂ ਸੀਲ ਕਰਾਂਗੇ ਤੇ 26 ਤੇ 27 ਨੂੰ ਦਿੱਲੀ ਦੇ ਨਾਲ ਲੱਗਦੀਆਂ ਸਰਹੱਦਾਂ ਉਹ ਸੀਲ ਕਰਾਂਗੇ। ਇਹ ਤਾਂ ਸੀ ਹਰਿਆਣਾ ਦੀ ਗੱਲ। ਅਸੀਂ ਜਾਣਨਾ ਚਾਹਾਂਗੇ ਵੀ ਕਿ ਚਾਹੇ ਗੱਲ ਕਰੀਏ ਪੰਜਾਬ ਸਰਕਾਰ ਦੀ, ਚਾਹੇ ਗੱਲ ਕਰੀਏ ਕੇਂਦਰ ਸਰਕਾਰ ਦੀ, ਵੀ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਸੰਘਰਸ਼ ਹੋਰ ਕਿਸ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ? ਪੰਜਾਬ 'ਚ ਤਾਂ ਫਿਲਹਾਲ ਨਹੀਂ ਹੈ ਕੋਈ ਬਹੁਤ ਵੱਡਾ ਗੱਲ, ਕਿਉਂਕਿ ਪੰਜਾਬ ਦੇ ਵਿੱਚ ਧਾਰਨਾ ਦੇ ਤੌਰ ਤੇ ਪੰਜਾਬ ਦੀਆਂ ਪਾਰਟੀਆਂ ਤੇ ਸਰਕਾਰ ਇਹ ਸਮਝਦੀ ਹੈ ਕਿ ਇਹ ਜਿਹੜੇ ਬਿੱਲ ਨੇ, ਕਾਨੂੰਨਾਂ ਬਾਰੇ ਵਿਧਾਨ ਸਭਾ ਨੇ ਆਪਣੇ ਬਿੱਲ ਵੀ ਪਾਸ ਕੀਤੇ ਨੇ ਔਰ ਉਹ ਅਜੇ ਪੈਂਡਿੰਗ ਪਏ ਹੋਏ ਨੇ, ਅਜੇ ਨਾ ਉੱਤੇ ਹਾਂ ਕਰਦੇ ਨੇ ਨਾ ਕਰਦੇ ਨੇ, ਉਹ ਇੱਕ ਅਲੱਗ ਗੱਲ ਹੈ। ਇਹਦੇ ਨਾਲ ਇੱਕ ਫੈਡਰਲਿਜ਼ਮ ਦਾ ਬਹੁਤ ਵੱਡਾ ਮੁੱਦਾ ਖੜਾ ਹੋਇਆ ਕਿ ਨਹੀਂ, ਕੇਂਦਰ ਧੱਕਾ ਕਰ ਰਿਹਾ ਸਾਡੇ ਦੇ ਨਾਲ, ਇਸ ਲਈ ਇੱਥੇ ਹੋਰ ਸਰਕਾਰ ਹੋਣ ਕਰਕੇ ਇੱਥੇ ਟਕਰਾਅ ਦੀ ਅਸਾਰ ਉਸ ਲੈਵਲ ਦੇ ਨਹੀਂ ਹੈ। ਪਰ ਜਿੱਥੇ ਜਿੱਥੇ ਬਾਕੀ ਸਰਕਾਰਾਂ ਨੇ, ਮੰਨ ਲਓ ਯੂਪੀ ਦੇ ਵਿੱਚੋਂ ਜਦੋਂ ਆਉਣਾ ਤਾਂ ਯੂਪੀ ਸਰਕਾਰ ਕੀ ਫੈਸਲਾ ਲੈਂਦੀ ਹੈ, ਉੱਥੇ ਦੇ ਕਿਸਾਨਾਂ ਨੂੰ ਆਉਣ ਦੇਗੀ ਜਾਂ ਨਹੀਂ ਆਉਣ ਦੇਗੀ, ਰਾਜਸਥਾਨ ਚੋਂ ਜਿਹੜੇ ਜਾਣਗੇ ਉਹਨਾਂ ਨਾਲ ਕਿਵੇਂ ਉਸ ਲੈਵਲ ਤੇ ਗੱਲ ਕਰੇਗੀ, ਇਹ ਬੀਜੇਪੀ ਦੀਆਂ ਸਰਕਾਰਾਂ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਕੀ ਫੈਸਲਾ ਲੈ ਰਹੀ ਹੈ। ਤੇ ਜਿਹੜੀ ਇਹ ਕਹਿ ਰਹੀ ਹੈ ਕਿ ਦਿੱਲੀ ਦੇ ਲਗਭਗ ਜਿਹੜੇ ਕਿਸਾਨ ਨੇ, ਉਸ ਜਿੰਨੇ ਕਿ ਵੀ ਦਾਇਰੇ ਦੇ ਕਿਸਾਨ ਹੈਗੇ ਨੇ, ਥੋੜੇ ਕਿਸਾਨ ਨੇ ਪਰ ਉਹ ਵੀ, ਉਹਨਾਂ ਨੇ ਮੀਟਿੰਗ ਕਰਕੇ ਕੱਲ ਫੈਸਲਾ ਕੀਤਾ ਕਿ ਜੀ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਵੈਲਕਮ ਕਰਾਂਗੇ, ਅਸੀਂ ਉਹਨਾਂ ਨੂੰ ਸਵਾਗਤ ਕਰਾਂਗੇ ਦਿੱਲੀ ਦੇ ਵਿੱਚ ਇਸ ਅੰਦੋਲਨ ਦੇ ਵਿੱਚ। ਤਾਂ ਉਹ ਸਰਕਾਰ ਕੀ ਫੈਸਲਾ ਲੈ ਰਹੀ ਹੈ ਉਹਦੇ ਤੇ ਵੀ ਨਿਰਭਰ ਕਰੇਗਾ। ਕਿਸਾਨ ਅੰਦੋਲਨ ਦੇ ਸਾਹਮਣੇ ਚੁਣੌਤੀ ਇਹ ਸਭ ਤੋਂ ਬੜੀ ਹੈ ਇੱਕ ਆਪਣੇ ਲੈਵਲ ਦੇ ਉੱਤੇ ਕਿ ਇੱਕ ਤਾਂ ਆਲ ਇੰਡੀਆ ਲੈਵਲ ਦੀ ਤਾਕਤ ਕਿੰਨੀ ਦਿਖਾਈ ਜਾ ਸਕੇਗੀ, ਇਹ ਆ 26-27 ਦਾ ਪ੍ਰੋਗਰਾਮ ਤੈਅ ਕਰੇਗਾ ਕਿ ਕੀ ਉਧਰੋਂ ਵੀ ਬਾਕੀ ਸੂਬਿਆਂ ਦੇ ਵਿੱਚੋਂ ਵੀ ਇੰਨੇ ਵੱਡੇ ਪੱਧਰ ਤੇ ਕਿਸਾਨ ਆਉਂਦੇ ਨੇ, ਫਿਰ ਦਬਾਅ ਹੋਰ ਵਧੇਗਾ ਉਸ ਪੱਧਰ ਦੇ ਉੱਤੇ। ਦੂਜੀ ਗੱਲ ਇਹ ਹੈ ਕਿ ਅਜੇ ਉਹਨਾਂ ਨੂੰ ਇਹ ਸਮਝਣਾ ਹੀ ਪਏਗਾ ਔਰ ਸਮਝ ਵੀ ਰਹੇ ਨੇ ਮੇਰਾ ਖਿਆਲ ਹੈ ਇਸ ਗੱਲ ਨੂੰ ਕਿ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ ਅਜੇ ਤਬਦੀਲ ਨਹੀਂ ਹੋਈ। ਔਰ ਮਨੋਹਰ ਲਾਲ ਖੱਟਰ ਨੇ ਇਹ ਕਿਹਾ ਕਿ ਇਹ ਬੇਹੂਦਾ ਸੰਘਰਸ਼ ਦਾ ਕੋਈ ਮਤਲਬ ਨਹੀਂ, ਕਾਨੂੰਨ ਬਣਾਏ ਨੇ ਤੁਹਾਡੇ ਪੱਖ 'ਚ ਬਣਾਏ ਨੇ ਪੂਰੀ ਤਰ੍ਹਾਂ, ਇਸ ਲਈ ਤੁਸੀਂ ਨਹੀਂ। ਜਦੋਂ ਉਹਨਾਂ ਦੇ ਇਹੋ ਜਿਹੀਆਂ ਉੱਚੀਆਂ ਪਦਵੀਆਂ ਤੇ ਬੈਠੇ ਹੋਏ ਬੰਦੇ ਅਜੇ ਉਹਨਾਂ ਦੇ ਮਨ 'ਚ ਇਹ ਪੈਦਾ ਹੋਇਆ ਹੋਇਆ ਕਿ ਤੁਹਾਡਾ ਸੰਘਰਸ਼ ਦਾ ਮਤਲਬ ਕੋਈ ਨਹੀਂ, ਤਾਂ ਇਹ ਉਹਦੀ ਨੀਅਤ ਨੂੰ ਤੇ ਨੀਤੀ ਦੋਨਾਂ ਨੂੰ ਜਿਹੜਾ ਇਹ ਦੱਸਦਾ। ਔਰ ਅਗਲੀ ਗੱਲ ਇਹ ਹੈ ਕਿ ਅਜੇ ਕਿਸਾਨਾਂ ਦੇ ਵੀ ਵੱਡੇ ਵਰਗ ਨੂੰ ਸ਼ਾਮਲ ਕਰਨਾ, ਅਜੇ ਹੋਰ ਭਾਈਚਾਰਿਆਂ ਨੂੰ ਸ਼ਾਮਲ ਕਰਨਾ ਜਿਹੜੇ ਵੱਖ-ਵੱਖ ਨੇ ਉਹਦੇ ਸਰਗਰਮ ਭੂਮਿਕਾ 'ਚ। ਔਰ ਇਕੱਲੇ ਕਿਸਾਨਾਂ ਦਾ ਸਵਾਲ ਨਹੀਂ, ਮੈਨੂੰ ਲੱਗਦਾ ਉਹਨਾਂ ਭਾਈਚਾਰਿਆਂ ਦੇ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਬੜਾ ਵੱਡਾ ਨੁਕਸਾਨ ਹੁੰਦਾ ਹੈ, ਅੰਦੋਲਨ ਹਾਰਦਾ ਤਾਂ ਸਾਰੇ ਲੋਕਾਂ ਦਾ ਨੁਕਸਾਨ ਹੋਣਾ, ਜਿਹੜੇ ਬਾਕੀ ਭਾਈਚਾਰੇ ਵੀ ਨੇ ਉਹਨਾਂ ਨੂੰ ਵੀ ਇਨਵੋਲਵ ਹੋਣ ਦੀ ਲੋੜ ਹੈ। ਤੇ ਇਹਦੇ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਸਾਹਮਣੇ ਇੱਕ ਚੁਣੌਤੀ ਖੜੀ ਕਰਨ ਦੀ ਲੋੜ ਹੈ ਕਿਸਾਨ ਅੰਦੋਲਨ ਨੂੰ ਪੰਜਾਬ ਦੀਆਂ ਦੇ ਸਾਹਮਣੇ। ਔਰ ਜਿਹੜੀਆਂ ਪਾਰਟੀਆਂ ਇੱਕ ਬਸ ਕੇਵਲ ਬਿੱਲ ਬਣਾ ਕੇ ਬਹਿ ਗਈਆਂ ਨੇ ਤੇ ਉਦੋਂ ਬਾਅਦ ਖਾਮੋਸ਼ ਨੇ, ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਸੀ, ਉਹਦੇ ਪ੍ਰਧਾਨ ਨੇ ਸੁਨੀਲ ਜਾਖੜ ਨੇ, ਕਿ ਦੀਵਾਲੀ ਤੋਂ ਬਾਅਦ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਲਗਾਤਾਰ ਸੰਘਰਸ਼ ਕਰੂਗੀ ਤੇ ਉੱਥੇ ਜਥੇ ਬੈਠਿਆ ਕਰਨਗੇ। ਕਿੱਥੇ ਆ ਉਹ ਐਲਾਨ? ਔਰ ਇਸੇ ਤਰ੍ਹਾਂ ਅਕਾਲੀ ਨੇ ਉਹ ਹੋਰੇ ਮੁੱਦੇ ਤੇ ਲੱਗੇ ਨੇ ਸਾਰੇ ਤੇ ਕੇਂਦਰ ਦੇ ਖਿਲਾਫ ਲੜਾਈ ਬਿਲਕੁਲ ਖਤਮ ਵਰਗੀ ਹੈ। ਆਮ ਆਦਮੀ ਪਾਰਟੀ ਵੀ ਕੇਂਦਰ ਦੇ ਖਿਲਾਫ, ਚਾਹੇ ਉਹ ਇਹਦੇ ਕਿਸਾਨਾਂ ਦੇ ਐਸ ਐਕਸ਼ਨ ਦਾ ਉਹਨੇ ਸਪੋਰਟ ਕਰਨ ਦੀ ਗੱਲ ਕੀਤੀ ਹੈ, ਪਰ ਸਾਰਾ ਦਾਰੋਮਦਾਰ ਉਹਦਾ ਐਕਸ਼ਨ ਪ੍ਰੋਗਰਾਮ ਇੱਥੋਂ ਦੀ ਸਰਕਾਰ ਤੇ ਇਹਦੇ ਆਲੇ ਦੁਆਲੇ ਘੁੰਮਣ ਲੱਗ ਗਿਆ। ਔਰ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਹੁਣ ਖਾਮੋਸ਼ ਨੇ ਇਸ ਗੱਲ ਤੇ ਕਿ ਉਹਨੂੰ ਲੱਗਦਾ ਸ਼ਾਇਦ ਇਹ ਜਿਹੜਾ ਮਿਸ਼ਨ 22 ਸਾਰੇ ਕਰਨ ਲੱਗੇ ਨੇ ਨਾ ਸਵਾਲ। ਔਰ ਇਹਨਾਂ ਤੋਂ ਕਿਸਾਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਪੂਰੀ ਪੋਲੀਟੀਕਲ ਕਲਾਸ ਤੋਂ ਕਿ ਇਸ ਅੰਦੋਲਨ ਦਾ ਤੁਹਾਡੇ ਕੋਲ ਸਿਆਸੀ ਬਦਲ ਕੀ ਹੈ ਤੇ ਇਸ ਅੰਦੋਲਨ ਚੋਂ ਨਿਕਲੇ ਸਬਕ ਜਿਹੜੇ ਨੇ, ਫੈਡਰਲਿਜ਼ਮ ਦਾ ਸਬਕ ਹੈ, ਵਿਕੇਂਦਰੀਕਰਨ ਦਾ ਸਬਕ ਹੈ ਔਰ ਗੁਆਂਢੀ ਦੇਸ਼ਾਂ ਨਾਲ ਸੰਬੰਧ ਬਣਾਉਣ ਦਾ ਸਬਕ ਹੈ, ਜੇਕਰ ਖੇਤੀ ਨੂੰ ਬਚਾਉਣਾ ਹੈ, ਫਸਲੀ ਵੰਨ-ਸੁਵੰਨਤਾ ਦਾ ਸਬਕ ਹੈ। ਤੁਹਾਡੇ ਕੋਲ ਬਦਲਵਾਂ ਐਗਰੀਕਲਚਰ ਦਾ ਮਾਡਲ ਕੀ ਹੈ, ਕੀ ਦਿਓਗੇ ਤੁਸੀਂ, ਇਹਦੇ ਤੇ ਕਿਉਂ ਲੜਾਈ ਨਹੀਂ ਲੜ ਰਹੇ, ਇਹਦਾ ਬਦਲਵਾਂ ਤਰੀਕਾ ਕੀ ਹੈ। ਇਹ ਕਿਸਾਨ ਅੰਦੋਲਨ ਨੂੰ ਇੱਧਰ ਵੀ ਵਜਨ ਬਣਾਉਣਾ ਪਏਗਾ ਇਹਨਾਂ ਤੇ ਕਿ ਇਹ 22 ਤੋਂ ਰੱਟ ਤੋਂ ਹਟਾ ਕੇ ਇੱਕ ਸੀਰੀਅਸ ਡਿਬੇਟ ਦੇ ਵਿੱਚ ਪੈਣ, ਇੱਕ ਗੰਭੀਰ ਬਹਿਸ ਦੇ ਵਿੱਚ ਪੈਣ, ਤਾਂ ਕਿ ਪੰਜਾਬ ਦੇ ਭਵਿੱਖ ਦਾ ਕੋਈ ਨਕਸ਼ਾ, ਕੋਈ ਇਹੋ ਜਿਹੇ ਮਤਲਬ ਤਰੀਕਾਕਾਰ ਨਿਕਲ ਸਕੇ ਕਿ ਥੋੜਾ ਜਿਹਾ ਖਾਕਾ ਦਿਖਾਈ ਦੇਣਾ ਸ਼ੁਰੂ ਹੋਏ ਕਿ ਅਸੀਂ ਇਸ ਪਾਸੇ ਨੂੰ ਜਾਣਾ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।